क्योंकि देखो फूड बर्न करने की ऑक्सीजन चाहिए है ना, जिवें प्रोफेसर आरपी सिंह ने थर्मोडायनामिक्स पढ़ाई है आपको, तो एनीथिंग यू नीड ऑक्सीजन टू बर्न इट। जो ऑक्सीजन घट आ तो बॉडी कुछ बर्न नहीं कर सकती, ढिड च आ भी लिया यू गोइंग थ्रो इट आउट, कोई बॉडी डाइजेस्ट नहीं कर पा रही। सो दैट इज वेयर यू आर बेसिकली टेस्टेड एंड देन यू इफ यू आर लकी यू समिट एंड देन यू कम बैक थ्रू दैट। सो पहली तो जी आ जर्नी है खुंबू आइसफॉल की। सो दिस इज वी लाइक आई सैड वी स्टार्ट रियली अर्ली, दिस इज 3 AM ड्रिल फॉर अस। ਅਸੀਂ 3 ਵਜੇ ਸਵੇਰੇ ਨਿਕਲੇ, ਸਾਡੇ ਹੈਡਲੈਂਪ ਲੱਗੇ ਹੋਏ ਨੇ। ਆ ਜਿਹੜਾ ਬੰਦਾ ਭੱਜਾ ਆ ਰਿਹਾ ਬੰਦਾ ਨਹੀਂ ਹੈ, ਮੇਰੀ ਵਾਈਫ ਹੈ ਨਵਨੀਤ ਚੀਮਾ। ਸੋ ਸ਼ੀ ਇਜ਼ ਨੈਵੀਗੇਟਿੰਗ ਹਰ ਵੇ ਥਰੂ ਦੀ ਖੰਬੀ ਆਈਸਫਾਲ ਐਂਡ ਦਿਸ ਇਜ਼ ਮੀ ਪਿਕਿੰਗ ਹਰ ਅਪ ਜਦੋਂ ਅਸੀਂ ਕਰ ਰਹੇ। ਯੂ ਹੈਵ ਟੂ ਡੂ ਵਨ ਬਾਈ ਵਨ ਬਟ ਦਿਸ ਇਜ਼ ਰੀਅਲੀ ਟਰੈਚਰਸ ਪੈਥ ਟੂ ਟੇਕ। then these are different pictures showing the same Khumbu icefall, the dangers of it. And then you finally land to Camp 1. ਉੱਥੇ Camp 1 ਅੰਦਰ ਇੱਦਾਂ ਦਾ ਲੱਗਦਾ ਵਿੱਚ ਕਿਚਨ ਹੁੰਦੀ ਹੈ, which saman hunda khan peen nu, and that's where you rest for one night because you have to acclimatize, you're trying to sleep low because it's almost 6200 karke wapas aaye ho, so you are gaining some oxygen there better than 6200, and then next day you go off to Camp 2. So this is basically Camp 2 ਜਿੱਥੇ ਅਸੀਂ ਖੜੇ ਆ। ਤੁਸੀਂ ਵਾਲ ਟੱਚ ਕਰਦੇ ਹੋ Camp 3 ਦੀ ਤੇ ਆਹ ਵਿਊ ਆ ਜਿਹੜਾ ਛੋਟੇ ਛੋਟੇ ਝੋਪੜੀਆਂ ਦਿਖਾਈ ਦੇ ਰਹੀਆਂ ਨੇ Camp 2 ਦੀਆਂ ਨੇ। ਜਿਹੜਾ ਹੁਣ ਕੈਮਰਾ ਪੈਨ ਹੋ ਰਿਹਾ ਆ ਇੱਧਰੋਂ ਥੋੜਾ ਜਿਹਾ ਵਿਊ ਮਿਲੂਗਾ ਮਾਊਂਟ ਐਵਰੈਸਟ ਦਾ, ਬਟ ਤੁਹਾਨੂੰ ਪੂਰਾ ਕਲੀਅਰ ਨਹੀਂ ਮਿਲਣਾ ਵਿਊ ਹਲੇ ਵੀ। ਸੋ ਬੇਸਿਕਲੀ ਦਿਸ ਇਜ਼ ਵੇਅਰ ਯੂ ਟੱਚ ਐਂਡ ਯੂ ਗੋ ਬੈਕ ਆਫਟਰ ਦ ਫਸਟ ਰੋਟੇਸ਼ਨ। ਤੇ ਇਹ ਤੁਸੀਂ ਕਲੈਮੇਟਾਈਜੇਸ਼ਨ ਪ੍ਰੋਸੈਸ ਆ। ਆ ਜਿਹੜਾ ਏਰੀਆ ਨੂੰ ਕਹਿੰਦੇ ਵੈਸਟ ਕੂਮ। ਵੈਸਟ ਕੂਮ ਕੀ ਹੈ? ਇਹ ਬੇਸਿਕਲੀ ਸੈਂਡਵਿਚ ਬਿਟਵੀਨ 2 ਮਾਊਂਟੇਨਸ। ਤੇ ਇਹ ਨਾ ਸੋਲਰ ਕੁੱਕਰ ਵਾਂਗੂ ਤਪਦਾ ਹੁੰਦਾ ਆ। ਸੋ ਯੂ ਹੈਵ ਟੂ ਬੀ ਰੀਅਲੀ अर्ਲੀ ਐਂਡ ਗੈਟ ਆਊਟ ਆਫ अर्ਲੀ ਬਿਕਾਜ਼ ਤੁਹਾਡੀ ਸਕਿਨ ਬਰਨ ਕਰਨੀ ਸ਼ੁਰੂ ਕਰ ਦਿੰਦੀ ਆ। ਸੋ ਇਟ ਇਜ਼ ਵੈਰੀ ਇਟਸ ਗੁੱਡ ਐਕਸਪੀਰੀਅੰਸ ਬਟ ਯੂ ਹੈਵ ਟੂ ਪਲਾਨ ਅਕੋਰਡਿੰਗਲੀ ਹਾਊ ਯੂ ਵਾਂਟ ਟੂ ਡੂ ਇਟ। we were very happy ਕਿ ਅਸੀਂ ਪਹੁੰਚ ਗਏ। ਇਟ ਇਜ਼ ਆਲਮੋਸਟ ਕਹਿ ਲਓ ਇਹ ਤੁਹਾਨੂੰ ਲੱਗਿਆ ਮੈਂ 30% ਜਰਨੀ ਹੋ ਗਈ, ਥੋੜਾ ਕੌਨਫੀਡੈਂਸ ਵਧਣਾ ਸ਼ੁਰੂ ਹੋ ਗਿਆ। ਤਾਂ ਅਸੀਂ ਇੱਥੇ ਛਾਲਾਂ ਮਾਰ ਰਹੇ ਹਾਂ ਐਂਡ ਫੋਟੋ ਖਿਚਾ ਰਹੇ ਹਾਂ ਵੀ ਯਾ ਯੂ ਨੋ ਵੀ ਹੈਵ ਦ ਸਪਿਰਿਟ ਵੀ ਕੈਨ ਡੂ ਇਟ। ਸੋ ਦਿਸ ਇਜ਼ ਵਾਟ ਵੀ ਆਰ ਡੂਇੰਗ ਐਟ Camp 2। ਉਦੋਂ ਵਾਪਸ ਤੁਸੀਂ ਬੇਸ ਕੈਂਪ ਆ ਗਏ। ਇੱਥੇ ਤੁਸੀਂ ਬੇਸਿਕਲੀ ਰੈਸਟ ਕਰਨਾ ਆ, ਤਿਆਰੀ ਕਰਨੀ ਹੈ ਨੈਕਸਟ ਰੋਟੇਸ਼ਨ ਦੀ, ਤੇ ਆਕਸੀਜਨ ਪਲੇਸਮੈਂਟ ਸਟ੍ਰੈਟਜੀ ਡਿਸਾਈਡ ਕਰਨੀ ਹੈ ਆਪਣੇ ਹਿਸਾਬ ਨਾਲ। ਸਾਨੂੰ ਕੀ ਹੋਇਆ, ਸਾਨੂੰ ਵੈਦਰ ਸਟ੍ਰੈਟਜੀ ਵਾਸਤੇ ਤੁਹਾਨੂੰ ਵਿੰਡੋਜ਼ ਦਿੰਦੇ ਨੇ। ਉਹਨਾਂ ਨੇ ਜੋ ਰੋ ਫਿਕਸਿੰਗ ਕਰਤੀ ਸਮਿਟ ਤੱਕ, ਉਸ ਤੋਂ ਬਾਅਦ ਉਹਨਾਂ ਨੇ ਦੱਸਣਾ ਵੀ 3-4 ਥਾਵਾਂ ਤੋਂ ਵੈਦਰ ਮੈਪਸ ਮੰਗਵਾਉਂਦੇ ਨੇ। ਉਹ ਪੈਟਰਨ ਡਿਸਾਈਡ ਕਰਦੇ ਨੇ ਵੀ ਬੇਸਡ ਔਨ ਦੀਜ਼ ਵਿੰਡ ਮੂਵਮੈਂਟ ਕਿਹੜੇ ਵਿੰਡੋਜ਼ ਓਪਨ ਹੋਣਗੀਆਂ। ਦਿਸ ਸੀਜ਼ਨ May 13 to 15 was the first window. May 19 to 24 was the longest and the second window. Third window was 26 to 28. Last window ਦਾ ਖਤਰਾ ਇਹ ਹੈ ਕਿ ਮੌਨਸੂਨ 28 ਨੂੰ ਵੀ ਆ ਸਕਦਾ ਹੈ and your summit is over, you have to go back. ਪਹਿਲੀ summit window ਸਾਨੂੰ ਲੱਗੀ ਹੈ short ਆ, it is risky to get on that window, ਤੇ we said we will not pick this window. ਅਸੀਂ decide ਕੀਤੀ second window May 29 to 24 ਦੇ ਵਿਚਾਲੇ। so that is what we ended up doing. ਪਰ ਤੁਸੀਂ ਇੱਕ ਚੀਜ਼ ਨੋਟਿਸ ਕੀਤੀ ਜਿਹੜਾ ਇਹ ਪਿਕਚਰਾਂ ਵਿੱਚ ਇੱਕ ਸਾਡੇ ਗਰੁੱਪ ਚੋਂ ਬੰਦਾ ਮਿਸੇਗਾ, ਉਹ ਹੈਗੇ ਨੇ ਸਾਡੇ POE ਦੇ ਮਲਕੀਤ ਭਾਜੀ। ਮਲਕੀਤ ਭਾਜੀ lost appetite and he could not do anything. First ਉਹ ਅੰਮ੍ਰਿਤਧਾਰੀ ਸਿੱਖ ਨੇ, ਉਹ ਨਾਨ ਵੈਜ ਨਹੀਂ ਖਾਂਦੇ, ਅੰਡਾ ਵੀ ਨਹੀਂ ਖਾਂਦੇ। ਉਹ ਕਿਚਨ 'ਚ ਉਹਨਾਂ ਨੂੰ ਸੁੱਚਾਈ ਚਾਹੀਦੀ ਆ ਵੀ ਸੁੱਚਾ ਹੋਵੇ ਸਾਰਾ। ਸੋ ਉਹਨਾਂ ਦਾ ਜਿਹੜਾ ਸਟਾਈਲ ਸੀਗਾ ਕਮਿਊਨੀਕੇਟ ਕਰਨਾ ਮੇਰੇ ਵਾਸਤੇ ਬੜਾ ਚੈਲੰਜਿੰਗ ਵੀ ਸੀਗਾ, ਤੇ ਇੱਕ ਤਰ੍ਹਾਂ ਦਾ ਮੇਰਾ ਸਮਝੌਤਾ ਵੀ ਕਰਨਾ ਪਿਆ। ਉਹਨਾਂ ਨੂੰ ਦੱਸਣਾ ਪਿਆ ਕਿ ਇਹ ਇਹਨਾਂ ਦੀ ਇਹ ਬਿਲੀਫਸ ਨੇ, ਸੋ ਯੂ ਹੈਲਪ ਅਸ ਐਂਡ ਵੀ ਵਾਂਟ ਟੂ ਰਿਸਪੈਕਟ ਇਟ। ਉਹਦੇ ਕਰਕੇ ਜਿੰਨੇ ਵੀ ਸਾਡੇ ਕੈਂਪ ਦੇ ਕਾਜੂ, ਬਦਾਮ, ਕੋਕਾ ਕੋਲਾ, ਕਿਸ਼ਮਿਸ਼ ਇਹ ਸਾਰੇ ਭਾਜੀ ਖਾ ਗਏ ਕਿਉਂਕਿ ਹੋਰ ਕੁਝ ਖਾਂਦੇ ਨਹੀਂ ਸੀਗੇ। ਉਹ ਤੋਂ ਬਾਅਦ ਇਹਨਾਂ ਵਾਸਤੇ ਸਪੈਸ਼ਲ ਰਾਜਮਾ ਵੀ ਮੰਗਵਾਏ ਥੱਲੋਂ। ਉਹ ਖੱਚਰ ਜਿਹੜਾ ਰਾਜਮਾ ਲੈ ਕੇ ਆਇਆ, ਇਹਨਾਂ ਨੂੰ ਉਹਨਾਂ ਦੇ ਰਾਜਮਾ ਬਣਾਉਣ ਦਾ ਸਟਾਈਲ ਵੀ ਪਸੰਦ ਸੀਗਾ। ਉਹਨਾਂ ਨੂੰ ਪਿਆਜ਼, ਟਮਾਟਰ ਕਿੱਦਾਂ ਕੱਟ ਕੇ ਫਿਰ ਇਹਨਾਂ ਨੇ ਸ਼ੇਰਪਾ ਨੂੰ ਦੱਸਿਆ ਵੀ ਕਿੱਦਾਂ ਬਣਾਏ ਦੇ ਨੇ। ਐਂਡ ਹੀ ਕੁਡ ਨਾਟ ਗੋ ਅਪ, ਕੋਈ ਰੋਟੇਸ਼ਨ ਇਹਨਾਂ ਨੇ ਕੀਤੀ। ਤੇ ਮੈਨੂੰ ਕਿਹਾ ਗਿਆ ਕਿ ਭਾਜੀ ਨੂੰ ਤੁਸੀਂ ਵਾਪਸ ਚਲੇ ਜਾਓ ਥੱਲੇ। ਸੋ ਆਈ ਟਾਕ ਟੂ ਹਿਮ, he said ਕਿ ਜੀ ਮੈਂ ਤਾਂ ਨਹੀਂ ਥੱਲੇ ਜਾਣਾ, I want to stay here and I will try to see if my body adjusts. He already lost 5 kilo of weight. ਤੁਹਾਡਾ ਮਕਸਦ ਤੁਹਾਡੇ ਰਹਿਣ ਦਾ ਕਿ you want to gain weight because you are going to lose weight when you go up. ਭਾਈ ਦਾ 5 ਕਿਲੋ ਭਾਰ ਪਹਿਲਾਂ ਘਟ ਗਿਆ, ਇਹਨੇ ਕਿਸ਼ਮਿਸ਼, ਕਾਜੂ, ਬਦਾਮ ਖਾਣ ਤੋਂ ਬਾਅਦ ਵੀ। ਫਿਰ ਵੀ ਭਾਜੀ ਨੇ ਹੌਸਲਾ ਰੱਖਿਆ, ਉੱਥੇ ਰਹੇ। ਤੇ ਇੱਕ ਰਾਤ ਨੂੰ ਇਹਨਾਂ ਨੇ I don't know what happened, ਇਹਨਾਂ ਨੇ ਆਪਣੇ ਸ਼ੇਰਪਾ ਨਾਲ ਗੱਲ ਕੀਤੀ, ਕਹਿੰਦੇ ਵੀ ਚੱਲ ਚੱਲੀਏ। I don't know what intuition he had and he left and climbed Khumbu Icefall and he was missing from his tent. ਅਸੀਂ ਕਿਹਾ ਵੀ ਭਾਜੀ ਭਾਜੀ ਭਾਜੀ, ਬਾਈ ਦਾ ਵੇ ਇਹਨਾਂ ਸਾਰੇ ਭਾਜੀ ਕਹਿਣ ਲੱਗੇ ਕਿਉਂਕਿ ਮੇਰੇ ਤੋਂ ਵੱਡੇ ਸੀ। ਮੈਂ ਭਾਜੀ ਕਹਿੰਦਾ, ਸ਼ੇਰਪਾ ਵੀ ਭਾਜੀ ਕਹਿਣ ਲੱਗ ਗਏ, ਕੋਈ ਬੰਦਾ ਮਿਲਦਾ ਸੀ ਇਹਨੂੰ ਭਾਜੀ ਕਹਿਣ ਲੱਗ ਗਿਆ। ਸੋ ਦੈਟਸ ਵਾਈ ਵੀ ਨੇਮਡ ਹਿਮ ਭਾਜੀ।
ਤੇ ਇੱਕ ਸੀਨੀਅਰ ਵੀ ਹੈਗਾ ਪੀਏਯੂ ਤੋਂ, ਸੋ ਗੁੱਡ ਰਿਸਪੈਕਟ ਫॉर ਹਿਮ। ਸੋ ਵੀ ਸਟਾਰਟਡ ਵਾਕੀ ਟਾਕਿੰਗ ਅਰਾਊਂਡ ਕਿ ਵੀ ਐਨੀਬਡੀ ਫਾਊਂਡ ਮਲਕੀਤ ਭਾਜੀ, ਤੇ ਉਹ ਕਹਿੰਦੇ ਨੋ ਟ੍ਰੇਸ ਆਫ ਹਿਮ। ਫਾਈਨਲੀ ਵੀ ਲੋਕੇਟਡ ਹਿਮ ਐਟ ਕੈਂਪ 1, ਤੇ ਅਸੀਂ ਕਿਹਾ ਭਾਈ ਤੁਸੀਂ ਇੱਥੇ ਕਿੱਦਾਂ ਪਹੁੰਚ ਗਏ, ਯੂ ਸ਼ੁੱਡ ਬੀ ਗੋਇੰਗ ਬੈਕ ਹਾਊ। ਕਹਿੰਦਾ ਮੈਂ ਰੋਟੇਸ਼ਨ ਕਰਕੇ ਦੇਖ ਰਿਹਾ, ਜੇ ਮੇਰੀ ਬੋਡੀ ਠੀਕ ਹੋਈ ਮੈਂ ਰੋਟੇਸ਼ਨ ਕਰਕੇ ਥੱਲੇ ਆ ਜਾਊਗਾ, ਮੈਂ ਲਾਸਟ ਵਿੰਡੋ 'ਤੇ ਚੱਲ ਜਾਊਗਾ। ਚਲੋ ਅਸੀਂ ਕਿਹਾ ਠੀਕ ਹੈ, ਇਟਸ ਫਾਈਨ, ਲੈਟਸ ਸੀ। ਐਂਡ ਦੈਨ ਨੈਕਸਟ ਹੀ ਸਟੇਡ ਦੇयर ਫॉर 2 ਨਾਈਟਸ, ਯੂਜੂਅਲੀ ਸਟੇ ਦੇयर 1 ਨਾਈਟ। ਤੇ ਉਦੋਂ ਬਾਅਦ ਭਾਜੀ ਕੈਂਪ 2 ਤੇ ਚਲੇ ਗਏ ਬਿਨਾਂ ਦੱਸੇ। ਤੇ ਅਸੀਂ ਕਿਹਾ ਚਲੋ ਇਹ ਵੀ ਠੀਕ ਆ, ਹੁਣ ਵਾਪਸ ਆ ਜਾਣਗੇ। ਐਂਡ ਦੈਨ we realized for multiple days there was no communication from him. Either he did not want to communicate, ਕਿਉਂਕਿ ਕੈਂਪ 2 ਤੇ ਤੁਹਾਨੂੰ 2 ਦਿਨ ਰਾਤ ਤੋਂ ਬਾਅਦ ਰਹਿ ਨਹੀਂ ਸਕਦੇ ਸੀ, ਕਿਉਂਕਿ ਟ੍ਰੈਫਿਕ ਹੋ ਜਾਊਗਾ, you have to send people back, but ਭਾਜੀ insisted ਕਿ ਮੈਂ ਉੱਥੇ ਰਹਿਣਾ। So he stayed there for 6 nights, ਤੇ ਬਾਕੀ ਇਹਨਾਂ ਦੀ ਸਟੋਰੀ ਆਪਾਂ ਦੁਬਾਰਾ ਕੰਪਲੀਟ ਕਰਾਂਗੇ ਅਗਲੀ ਉਹਦੇ 'ਚ। ਸੋ ਦਿਸ ਇਜ਼ ਅਸ, ਸਾਡੀ ਵਿੰਡੋ ਆ ਗਈ ਆ, ਤੇ ਆਫਟਰ ਮੈਨੂੰ ਬੈਕਟੀਰੀਅਲ ਇਨਫੈਕਸ਼ਨ ਵੀ ਹੋ ਗਿਆ, ਮੈਨੂੰ ਨਮੂਨੀਆ ਵੀ ਹੋ ਗਿਆ, ਟੇਕਿੰਗ ਆਲ ਦੈਟ। ਸੋ ਅਸੀਂ ਮਈ 19 ਨੂੰ ਸਵੇਰੇ 2 ਵਜੇ ਆਰ ਆਈਜ਼ ਵਰ ਸੈਟ on making the summit push. So we start again through Khumbu Icefall. This is Navneet navigating the crevasse. Body ladder la ke. Like I said, it is very dangerous task to do, but you have to do it multiple times. Not only crossing that, but the vertical pitches as well. And like I said, ke jadon bhi tusi jane ho har wari eh thanu different Khumbu Icefall dikhda। This was not there the first time or the second time we went. ਇਹ ਨਵਾਂ ਹੋ ਗਿਆ ਕਿਉਂਕਿ ਉਹ ਬਰਫ਼ ਹੀਟ ਨਾਲ ਥੱਲੇ ਡਿੱਗ ਪਈ। ਸੋ ਦੇ ਹੈਡ ਪੁੱਟ ਅਪ ਵਰਟੀਕਲ ਪਿਚ ਲੈਡਰ। ਅਸੀਂ ਮੁਸ਼ਕਿਲ ਨਾਲ ਉੱਥੇ ਤੱਕ ਪਹੁੰਚੇ, ਐਂਡ ਦੈਨ ਵੀ ਹੈਡ ਟੂ ਟੇਕ ਦ ਲੈਡਰ ਟੂ ਗੋ ਅਪ, ਐਂਡ ਲੈਡਰ ਵੀ ਬਹੁਤ ਮਤਲਬ ਝੂਲਦੀ ਸੀਗੀ। ਸੋ ਯੂ ਕੈਨ ਇਮੈਜਿਨ ਦੀ ਵਾਈ ਸ਼ਰਪਾਜ਼ ਆਲਸੋ ਲਿਸਨ ਟੂ ਦੇਅਰ ਕੀਰਤਨ ਵੈਨ ਦੇ ਆਰ ਗੋਇੰਗ ਥਰੂ ਕੁੰਭੂ ਆਈਸਫਾਲ। ਉਦੋਂ ਬਾਅਦ ਜਦੋਂ ਅਸੀਂ ਗਏ, ਤੇ ਇਨ ਦ ਮੀਨ ਟਾਈਮ ਭਾਜੀ ਦੀ ਨਿਊਜ਼ ਆ ਗਈ ਕਿ ਭਾਜੀ ਫੇਰ ਗਾਇਬ ਹੋ ਗਏ ਨੇ। ਅਸੀਂ ਕਿਹਾ ਵੀ ਹੁਣ ਸ਼ਾਇਦ ਥੱਲੇ ਆ ਰਹੇ ਹੋਣਗੇ, ਬਟ ਨਿਊਜ਼ ਇਹ ਮਿਲੀ ਕਿ ਭਾਜੀ ਕੈਂਪ 3 ਵੱਲ ਨਿਕਲ ਗਏ ਨੇ। ਤੇ ਉਹ ਕਹਿੰਦਾ ਵੀ ਭਾਜੀ ਇਜ਼ ਅਨਸਟਾਪੇਬਲ, ਹੀ ਵਾਂਟਸ ਟੂ ਗੋ, ਐਂਡ ਹੀ ਸਲੈਪਟ ਦੇਅਰ ਦੈਟ ਨਾਈਟ ਜਦੋਂ ਅਸੀਂ ਨਿਕਲੇ ਹਾਂ, ਐਂਡ ਦੈਨ ਹੀ ਲੈਫਟ ਫॉर ਕੈਂਪ 4 ਐਜ਼ ਵੈਲ। ਐਂਡ ਅਸੀਂ ਆਹ ਖੁੰਬੂ ਆਈਸਫਾਲ ਕ੍ਰਾਸ ਹੀ ਕੀਤਾ ਆ, ਤੇ ਸਾਡੇ ਵਾਕੀ ਟਾਕੀ ਤੇ ਨਿਊਜ਼ ਆਈ ਆ 9 ਵਜੇ ਸਵੇਰੇ, ਭਾਜੀ ਔਨ ਟੌਪ, ਜਿਵੇਂ ਕਿ ਪੈਪਸੀ ਦੀ ਐਡ ਹੋਵੇ ਨਾ, ਭਾਜੀ ਔਨ ਟੌਪ ਔਨ May 19th। We were so happy, me and Navneet hugged each other, we were in tears ਕਿ ਜਿਹੜੇ ਬੰਦੇ ਦਾ ਕੋਈ ਰੋਟੇਸ਼ਨ ਨਹੀਂ ਕੀਤੀ, ਕੋਈ ਪ੍ਰੀਪਰੇਸ਼ਨ ਨਹੀਂ ਕੀਤੀ, but it's his faith that took him to the top of Mount Everest. And he hasn't climbed any mountain like we have done, ਕੋਈ ਉਹਨਾਂ ਨੇ ਉਹ ਨਹੀਂ ਕੀਤੇ, but that was his daunting spirit that took him up there. So ਹੋਇਆ ਕਿ ਹੁਣ ਜਦੋਂ ਅਸੀਂ ਉੱਪਰ ਪਹੁੰਚ ਗਏ ਹੋ, ਤੁਹਾਨੂੰ ਥੱਲੇ ਵੀ ਉਤਰਨਾ ਹੈ। So we were at the same time while happy, ਅਸੀਂ ਵਰਡ ਸੀ ਭਾਈ ਥੱਲੇ ਉਤਰਨਗੇ ਕਿ ਨਹੀਂ ਉਤਰਨਗੇ, ਕਿੰਨੀ ਛੇਤੀ ਉਤਰਨਗੇ। ਤਾਂ ਸਾਡੇ ਪ੍ਰੋਗਰਾਮ ਚੇਂਜ ਆ ਗਈ। ਅਸੀਂ ਕਿਹਾ ਵੀ ਅਸੀਂ ਹੀ ਸਪੋਜ਼ ਟੂ ਕਮ ਡਾਊਨ ਟੂ ਕੈਂਪ 2 ਸਮਿਟ ਤੋਂ ਬਾਅਦ, ਉਸੇ ਜੇ 9 ਵਜੇ ਉੱਤੇ ਪਹੁੰਚਣੇ, ਰਾਤ ਦੇ 9 ਵਜੇ ਤੱਕ ਹੀ ਸ਼ੁੱਡ ਬੀ ਬੈਕ ਟੂ ਕੈਂਪ 2, ਬਿਕੋਜ਼ ਯੂ ਕੈਨੋਟ ਸਟੇ ਇਨ ਡੈਥ ਜ਼ੋਨ, ਤੇ ਉਹ 'ਚ ਤੁਹਾਡੀ ਜਾਨ ਦਾ ਨੁਕਸਾਨ ਆ, ਡੇਂਜਰ ਆ ਤੁਹਾਨੂੰ। ਸੋ ਵੀ ਸਕਿਪਡ ਕੈਂਪ 1, ਅਸੀਂ ਕਿਹਾ ਅਸੀਂ ਕੈਂਪ 1 ਤੇ ਰੁਕਣਾ, ਸਿੱਧਾ ਕੈਂਪ 2 ਤੇ ਜਾਵਾਂਗੇ। ਸੋ ਵੀ ਰੈਸਟਡ ਫॉर 2 hours ਔਨ ਕੈਂਪ 1, ਐਂਡ no, before I come to that, ਤੁਹਾਨੂੰ ਦਿਖਾਉਣਾ ਸੀ basically same wall pitch ਜਿਹੜੀ ਮੈਂ ਤੁਹਾਨੂੰ ਦਿਖਾਈ ਸੀਗੀ। So we rested for 2 hours in camp 1 and we directly made to camp 2। ਤੇ ਆਹ camp 2 ਦਾ view ਹੈਗਾ ਆ, ਜਿਹੜੇ ਪੁੱਛਦੇ how do you live there। So ਆਹ ਸਾਡੇ ਟੈਂਟਸ ਨੇ, I will walk you through it ਕਿ ਜਿਹੜੇ ਟੈਂਟ 'ਚ ਅਸੀਂ ਰਹਿੰਦੇ ਸੀਗੇ। ਤੇ ਆਹ ਜਿਹੜਾ ਵੱਡਾ ਟੈਂਟ ਆ, ਇਹ ਕਿਚਨ ਡੋਮ ਆ, ਇੱਥੇ ਸਮਾਨ ਬਣਦਾ ਆ ਤੁਹਾਡੇ ਖਾਣ ਪੀਣ ਵਾਸਤੇ, ਯੂ ਕੈਨ ਗੋ। ਇੱਕ ਡਾਈਨਿੰਗ ਟੈਂਟ ਹੈਗਾ ਨਾਲ, ਬਾਕੀ ਇਹ ਥੱਲੇ ਜਿਹੜੇ ਟੈਂਟ ਨੇ ਦੇ ਆਰ ਪਿਚਡ ਫॉर you to be there। So me and Navneet had one tent that we were sharing. So I will just wait for the video to get there. ਤੇ ਪਿੱਛੇ ਆਈਸ ਵਾਲ ਹੈ ਕਿ ਆਈਸ ਵਾਲ ਬਣਾਈ ਜਾਂਦੇ ਤਾਂ ਕਿ ਵਿੰਡ ਤੋਂ ਪ੍ਰੋਟੈਕਸ਼ਨ ਹੋਵੇ। ਵਿੰਡ ਬਹੁਤ ਵੈਲੋਸਿਟੀ ਤੇ ਜ਼ਿਆਦਾ ਚੱਲਦੀ ਹੈ, ਸੋ ਇਟ ਕੈਨ ਬਲੋ ਯੋਰ ਟੈਂਟ ਅਵੇ, ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ। ਆਹ ਟੈਂਟ ਦੇ ਅੰਦਰਲਾ ਵਿਊ ਆ, ਸਾਡੇ ਸਲੀਪਿੰਗ ਬੈਗ ਨੇ, ਸਾਡਾ ਸੋਲਰ ਪੈਨਲ ਆ, ਸਾਡੇ ਬੈਗਸ ਪਏ ਨੇ, ਸ਼ੂਜ਼ ਪਏ ਨੇ। So this is all our stuff. Everything that we have to take all the way to up and come back is basically the view that you're seeing in this tent that we were staying in. ਅੱਛਾ, ਇਹ ਅਸੀਂ ਫਿਰ 21st ਨੂੰ ਨਿਕਲਣਾ ਸੀਗਾ। ਭਾਜੀ ਦੀ 2 ਰਾਤ ਤੱਕ ਕੋਈ ਖਬਰ ਨਹੀਂ, ਹੀ ਵਾਸ ਸਪੋਜ਼ ਟੂ ਬੀ ਬੈਕ ਬਾਈ ਦੈਨ। ਤੇ ਅਸੀਂ ਫਿਰ ਘਬਰਾ ਗਏ, ਕੋਈ ਨਿਊਜ਼ ਨਹੀਂ, ਭਾਜੀ ਕਿੱਥੇ ਨੇ, ਵਾਪਸ ਕਿਉਂ ਨਹੀਂ ਆਏ। ਤੇ ਰਾਤ ਨੂੰ 10 ਵਜੇ ਸਾਡਾ ਸ਼ਿਰਪਾ ਕਹਿੰਦਾ ਆਈ ਐਮ ਬ੍ਰਿੰਗਿੰਗ ਅ ਗੋਸਟ, ਭੂਤ। ਤੇ ਦੋਨਾਂ ਨੇ ਫੜਿਆ ਹੋਇਆ, ਤੇ ਭਾਜੀ ਨੂੰ ਉਹਨਾਂ ਨੇ ਆਪਣੇ ਮੋਢਿਆਂ 'ਚ ਚੜ੍ਹਾ ਕੇ ਟੈਂਟ ਦੇ ਅੰਦਰ ਲੈ ਕੇ ਆਏ।
ਪਹਿਲਾਂ ਭਾਜੀ ਇੱਕ ਹੋਰ ਸੀ ਕਿ ਹੀ ਇਜ਼ ਲਿਟਲ ਸਟਬਰਨ ਇਨ ਹਿਸ ਵੇਜ਼, ਉਹਨਾਂ ਨੇ ਕਿਹਾ ਸੀ ਵੀ ਦਾੜੀ ਬੰਨ੍ਹ ਲਿਓ, ਉਹਨਾਂ ਨੇ ਕਿਹਾ ਮੈਂ ਦਾੜੀ ਵੀ ਨਹੀਂ ਬੰਨ੍ਹਣੀ ਹੈਗੀ। ਸੋ ਉਹਨਾਂ ਦੀ ਦਾੜੀ ਚੋਂ ਪਹਿਲਾਂ ਤਿੰਨ ਕਿਲੋ ਬਰਫ਼ ਅਸੀਂ ਪਿਘਲਾਈ, ਉੱਥੇ ਪਾਣੀ ਗਰਮ ਕਰਕੇ ਉਹਨਾਂ ਦੀ ਦਾੜੀ 'ਤੇ ਲਾਇਆ, ਕਿਉਂਕਿ ਉਹਨਾਂ ਦਾ ਇੱਥੇ ਫਰੋਸਟ ਬਾਈਟਸ ਵੀ ਹੋ ਚੁੱਕਿਆ ਸੀ ਕਾਫੀ ਜ਼ਿਆਦਾ, ਐਂਡ ਵੀ ਵਾਂਟਡ ਟੂ ਮੇਕ ਸ਼ੋਰ ਦੈਟ ਡੈਮੇਜ ਜ਼ਿਆਦਾ ਨਾ ਹੋਵੇ। ਐਂਡ ਦੈਨ ਅਗੇਨ ਹੀ ਵੁਡ ਨਾਟ ਈਟ, ਉਹਨਾਂ ਕੋਕਾ ਕੋਲਾ ਪੀਤਾ, ਬਟ ਫੋਰਚੂਨੇਟਲੀ ਹੀ ਵਾਜ਼ ਅਲਾਈਵ, ਸੋ ਵੀ ਹੈਡ ਟੂ evac him from here all the way back to EDC, and he was admitted to hospital because he lost 17 kilos of weight. ਉਹ ਰੈਪਟੋਮਾਇਲਿਸਿਸ ਕਹਿੰਦੇ ਨੂੰ ਤੁਹਾਡੇ ਕਿਡਨੀ ਫੇਲਿਅਰ ਹੋ ਸਕਦਾ ਹੈ, ਸੋ ਹੀ ਵਾਜ਼ ਆਲਮੋਸਟ close to that condition. So fortunately, but Paji was on top, and Paji is alive, and Paji is being treated now and recovering. So that is a good news for everybody. ਹੁਣ ਜਿਹੜਾ ਸਾਡੇ ਸਾਹਮਣੇ ਟਾਸਕ ਹੈ ਉਹ ਹੈਗਾ ਕੈਂਪ 3 ਤੇ ਪਹੁੰਚਣਾ। ਜਿਹੜਾ ਤੁਸੀਂ ਉਹ ਬਿੰਦੀਆਂ ਦੇਖ ਰਹੇ ਹੋ ਲਾਈਟ ਵਾਲੀਆਂ, these are actual people. ਤੁਸੀਂ ਦੇਖੋ ਵੀ ਕਿੰਨੇ ਮਿਨਿਸਕਿਊਲ ਆਪਾਂ ਹੈਗੇ ਆ ਕੰਪੇਅਰ ਟੂ ਮਦਰ ਨੇਚਰ। ਤੇ ਆਹ ਲਾਈਟਾਂ ਨੇ ਜਿਨ੍ਹਾਂ ਨੇ ਲੋਹਤਸੇ ਫੇਸ ਚੜਨਾ, ਇਹਨੂੰ ਲੋਹਤਸੇ ਫੇਸ ਕਹਿੰਦੇ ਆ। ਇਟਸ ਅ ਵਰਟੀਕਲ ਪਿਚ, ਇਟ ਇਜ਼ almost 4,000 feet, 3,700 feet wall of glacial blue ice. Blue ice ਦਾ ਡਿਫਰੈਂਸ ਦੂਜੀ ਆਈਸ ਨਾਲ ਕੀ ਹੈ? ਦੂਜੀ ਤਾਂ ਜੰਮੀ ਹੁੰਦੀ ਆ। ਬਲੂ ਆਈਸ ਦੇ ਵਿੱਚ ਤੁਹਾਡਾ ਕ੍ਰੈਂਪਾਉਨ ਨਹੀਂ ਜੁੜਦਾ, ਤੁਹਾਨੂੰ ਬਹੁਤ ਜ਼ੋਰ ਲਾ ਕੇ ਉਹਨੂੰ ਪ੍ਰੈਸ ਕਰਨਾ ਪੈਂਦਾ ਤਾਂ ਜਾ ਕੇ ਜੁੜਦਾ। ਉਹਨਾਂ ਤੁਹਾਡਾ ਜ਼ੋਰ ਵੀ ਜ਼ਿਆਦਾ ਲੱਗਦਾ ਆ ਤੇ ਤੁਹਾਡੀ ਸਪੀਡ ਵੀ ਸਲੋ ਹੋ ਜਾਂਦੀ ਆ। ਤੇ ਜੇ ਤੁਹਾਡਾ ਪੈਰ ਚੰਗੀ ਤਰ੍ਹਾਂ ਨਹੀਂ ਜੰਮਿਆ, ਤੁਸੀਂ ਸਿੱਧਾ ਥੱਲੇ ਜਾ ਸਕਦੇ ਹੋ। ਕਿਉਂਕਿ ਇਹ ਬਹੁਤ ਲੋਕੀ ਡਿੱਗਦੇ ਬਹੁਤ ਨੇ ਤੇ ਲੱਤਾਂ ਬਹੁਤ ਟੁੱਟਦੀਆਂ ਨੇ। ਮਰਦਾ ਨਹੀਂ ਹੈਗਾ ਬੰਦਾ, ਮਰ ਵੀ ਸਕਦਾ ਜੇ ਬਹੁਤ ਉੱਪਰ ਜਾ ਕੇ ਥੱਲੇ ਡਿੱਗੇ, but usually people break their limbs when they're climbing this one. So you have to be very careful. That was the next challenge in front of us, and we were scared as well. I will be honest about that. So this is the vertical for our video chal rahi hai now. So like I was saying, foot placement and pulling the rope. ਉਹਨੂੰ ਜੁਮਾਰ ਕਹਿੰਦੇ ਆ ਜਿਹੜਾ ਲੈ ਕੇ ਰਸਤੇ ਉੱਪਰ ਚੜ ਰਹੇ ਹੋ। So using that as a leverage point for you to ascend on top, and also navigating the people that are coming down. ਹੁਣ ਇੱਥੇ ਆਉਂਦਾ ਰਾਈਟ ਆਫ ਵੇ। ਰਾਈਟ ਆਫ ਵੇ ਕਿਹਦਾ ਆ? ਜਿਹੜਾ ਉੱਪਰ ਚੜ੍ਹ ਰਿਹਾ ਉਹਦਾ ਰਾਈਟ ਆਫ ਵੇ ਆ। ਉਹਨੇ ਰੱਸੀ ਤੋਂ ਆਪਣਾ ਜੂਬਾ ਨਹੀਂ ਕੱਢਣਾ। ਜਿਹੜਾ ਬੰਦਾ ਥੱਲੇ ਆ ਰਿਹਾ ਆ ਉਹਨੇ ਕੱਢ ਕੇ ਤੁਹਾਡੇ ਅਰਾਊਂਡ ਜਾ ਕੇ ਫਿਰ ਲੈਚ ਕਰਨਾ ਰੱਸੀ ਨੂੰ, ਐਂਡ ਦੈਨ ਦੇ ਵਿਲ ਕਮ ਡਾਊਨ। ਸੋ ਦਿਸ ਇਜ਼ ਵਾਟ ਵੀ ਵਰ ਡੂਇੰਗ। ਇਟ ਟੁਕ ਅਸ ਲੋਟ ਆਫ ਟਾਈਮ ਐਂਡ ਲੋਟ ਆਫ ਐਫਰਟ to make it to Camp 3, because like you're seeing in the video, it's a vertical picture and a lot of hard work to do that. And ਕਿਉਂਕਿ ਵਰਕ ਬਹੁਤ ਸੀਗਾ ਤੇ ਅਸੀਂ ਆਕਸੀਜਨ ਆਪਣਾ ਸਿਲੰਡਰ ਔਨ ਕਰ ਲਿਆ ਸੀਗਾ, ਸੋ ਵੀ ਵਰ ਕੰਜ਼ਿਊਮਿੰਗ ਅਬਾਊਟ 0.5 ਲੀਟਰਸ ਇੱਥੇ ਉਸ ਸਪੀਡ ਤੇ ਅਸੀਂ ਕੰਜ਼ਿਊਮ ਕਰ ਰਹੇ ਸੀ ਆਕਸੀਜਨ ਨੂੰ ਟੂ ਗੋ ਅਪ ਦਿਸ ਫੇਸ। ਬਟ ਇਟਸ ਐਕਸਪੀਰੀਅੰਸ ਇਨ ਅ ਲਾਈਫ, ਇਟ ਵਾਸ ਰੀਅਲੀ ਗੁੱਡ ਫॉर ਅਸ। ਇਹ ਹੈਗਾ ਜੀ ਅਸੀਂ ਪਹੁੰਚ ਗਏ ਕੈਂਪ 3 ਤੇ। ਵੀ ਰੀਚਡ ਅਬਾਊਟ 7 PM, 7 ਵਜੇ ਪਹੁੰਚ ਗਏ ਸੀ ਅਸੀਂ। ਤੇ ਜਿਹੜੇ ਟੈਂਟ ਨੇ ਇਹ ਬਿਲਕੁਲ ਵਰਟੀਕਲ ਪਿਚ ਤੇ ਨੇ ਤੇ ਸਿਰਫ 5 ਫੁੱਟ ਦੀ ਲੈਜ ਹੈਗੀ ਆ ਤੇ ਉੱਥੇ ਥੋੜਾ ਟੈਂਟ ਲੱਗਿਆ ਆ ਤੇ ਯੂ ਆਰ ਬੇਸਿਕਲੀ ਲਿਵਿੰਗ ਔਨ ਐਜ। ਤੇ ਤੁਸੀਂ ਗਲਤੀ ਨਾਲ ਵੀ ਜੇ ਤੁਸੀਂ ਸਲੀਪ ਵਾਕ ਕਰੋ ਜਾਂ ਤੁਹਾਨੂੰ ਬਾਥਰੂਮ ਆਉਂਦਾ ਆ, ਸੋ ਯੂ ਹੈਵ ਟੂ ਬੇਸਿਕਲੀ ਮੈਨੇਜ ਐਵਰੀਥਿੰਗ ਇਨਸਾਈਡ। ਤੇ ਉਹਦੇ ਵਿੱਚ ਕਿਦਾਂ ਤੁਸੀਂ ਬੋਟਲ ਰੱਖੀ ਹੁੰਦੀ ਹੈ, ਉਹ ਤੁਸੀਂ ਪੀ ਬੋਟਲ ਕਹਿੰਦੇ ਉਹਨੂੰ। ਫੀਮੇਲਸ ਵਾਸਤੇ ਹੁੰਦੇ ਆ, ਮੇਲਸ ਵਾਸਤੇ ਹੁੰਦੇ ਆ। ਯੂ ਬੇਸਿਕਲੀ ਮੈਨੇਜ ਐਵਰੀਥਿੰਗ ਵਿਦ ਇਨ ਇਟ। ਤੇ ਪੀ ਯੂ ਕੈਨ ਥਰੋ ਇਟ, ਬਟ ਬਾਕੀ ਪੂਪ ਐਂਡ ਸਕੂਪ ਵਾਲਾ ਕੰਮ ਤੁਸੀਂ ਆਪਾਂ ਨਾਲ ਹੀ ਉਹਨੂੰ ਕੈਰੀ ਕਰਨਾ। ਯੂ ਬ੍ਰਿੰਗ ਇਟ ਬੈਕ ਤੇ ਸਟੈਸ਼ ਹੁੰਦਾ, ਸੋ ਵੈਨ ਯੂ ਆਰ ਕਮਿੰਗ ਬੈਕ ਯੂ ਡੂ ਇਟ। ਸੋ ਦਿਸ ਇਜ਼ ਦ ਵਿਊ ਫਰੋਮ ਕੈਂਪ 3। ਇੱਕ ਗੱਲ ਤੁਸੀਂ ਨੋਟ ਕਰੋਗੇ ਵੀ ਜਿਹੜੀ ਉੱਥੇ ਮੈਂ ਲਿਖਿਆ ਹੋਇਆ ਵਰਡਸ ਲਿਖੇ ਹੋਏ ਨੇ, ਉੱਥੇ ਤੁਹਾਨੂੰ ਯੈਲੋ ਫੇਸ ਦਿਖ ਰਿਹਾ। ਦਿਸ ਇਜ਼ ਮਾਰਬਲ, ਇਟਸ ਕਾਲਡ ਲਾਈਮਸਟੋਨ। ਔਰ ਨਾਓ ਯੂ ਵੁਡ ਵੰਡਰ ਇਹ ਲਾਈਮਸਟੋਨ ਤੇ ਕੀ ਕਰ ਰਿਹਾ ਸੀ? ਇਹ ਤਾਂ ਥੱਲੇ ਮਿਲਣਾ ਚਾਹੀਦਾ ਸੀ ਲੈਵਲ ਤੇ, ਇਹ 6000 ਮੀਟਰ ਉੱਪਰ ਕੀ ਕਰ ਰਿਹਾ? ਸੋ ਬੇਸਿਕਲੀ ਇਹ ਜਿਹੜੀ ਪਲੇਟ ਜੋ ਮਰਜ ਹੋਈ ਸੀਗੀ ਏਸ਼ੀਅਨ ਪਲੇਟ ਦੇ ਨਾਲ, it is because of that the things that took from the sea level all the way up, that's this yellow band or limestone formation. So that was amazing to see limestone formation at that height. Then is your journey into death zone, kyunki it's camp 3 to nikal liya, raat nu rest kar liya, and now you are really on a clock to survive and to come back alive. te ithe ਅਸੀਂ ਆ limestone ਵਾਲਾ basically it's made of marble and quartzite, ਇਹ ਜਿਹੜਾ material ਹੈਗਾ ਆ। So we started there, we are navigating now through what is called Geneva Spur. ਉੱਥੇ ਕੈਂਪ ਦਿੱਤਾ, ਤੁਹਾਨੂੰ ਲੱਗਦਾ ਵੀ ਤੁਸੀਂ ਸਾਊਥ ਕਾਲ ਕੈਂਪ 4 ਪਹੁੰਚ ਗਏ ਹੋ, but that is basically camp 4 for Lhotse Peak, not for Mount Everest. You still have to cross that Geneva Spur. ਉਸ ਤੋਂ ਬਾਅਦ ਜਾ ਕੇ ਰਾਈਟ ਹੈਂਡ ਸਾਈਡ ਤੇ ਤੁਹਾਨੂੰ ਕੈਂਪ 4 ਨਜ਼ਰ ਆਊਗਾ, and that's what you are seeing here. It is the highest campsite in the world, of course, for obvious reasons. ਤੇ ਅਸੀਂ 5 ਵਜੇ ਪਹੁੰਚ ਗਏ ਸੀਗੇ। ਸਾਡੇ ਕੋਲ ਸਿਰਫ 5 ਘੰਟੇ ਦਾ ਰੈਸਟ ਦਾ ਟਾਈਮ ਸੀਗਾ, ਬਿਕਾਜ਼ ਯੂ ਆਰ ਇਨ ਡੈਥ ਜ਼ੋਨ। ਰਿਮੈਂਬਰ ਆਪਾਂ ਆਲਮੋਸਟ 8000 ਮੀਟਰ ਤੇ ਪਹੁੰਚ ਗਏ ਹਾਂ
ਤੇ ਬੋਡੀ ਕੁਝ ਖਾ ਪੀ ਨਹੀਂ ਰਹੀ, ਅਸੀਂ ਸਿਰਫ ਪਾਣੀ ਪੀਤਾ, ਨੂਡਲ ਸੂਪ ਪੀਤਾ ਤੇ ਕੋਕਾ ਕੋਲਾ ਬਹੁਤ ਕੰਜ਼ਿਊਮ ਹੁੰਦਾ ਬਾਏ ਦਾ ਵੇ ਉੱਥੇ, ਪੈਟ ਬੋਟਲਸ ਲੈ ਕੇ ਜਾਂਦੇ ਨੇ। ਸੋ ਐਵਰੀਬਡੀ ਇਟਸ ਇਨਸਟੈਂਟ ਸੋਰਸ ਆਫ ਐਨਰਜੀ ਬੇਸਿਕਲੀ। ਤੇ ਅਸੀਂ 5 ਘੰਟੇ ਰੈਸਟ ਕੀਤਾ, ਵੀ ਗॉट ਰੈਡੀ ਐਂਡ ਇਟ ਵਾਸ ਟਾਈਮ ਫॉर ਦ ਸਮਿਟ ਪੁਸ਼। ਸੋ ਐਜ਼ ਯੂ ਕੈਨ ਸੀ ਦਿਸ, ਇਹ ਫਰਸਟ ਸਟਾਪ ਹੈਗਾ, ਅਸੀਂ 10:30 ਵਜੇ ਚੱਲੇ ਸੀਗੇ ਕੈਂਪ 4 ਤੋਂ। ਇਹ ਇੱਕੋ ਜਗ੍ਹਾ ਹੈਗਾ ਜਿੱਥੇ ਤੁਸੀਂ ਬਹਿ ਸਕਦੇ ਹੋ, ਉਹਨੂੰ ਕਹਿੰਦੇ ਬੈਲਕਨੀ ਫॉर ਅ ਰੀਜ਼ਨ, ਐਂਡ ਦੈਟਸ ਦ ਓਨਲੀ ਪਲੇਸ ਯੂ ਕੈਨ ਸਿਟ। ਅਸੀਂ ਉੱਥੇ ਸਟਾਪ ਕੀਤਾ ਆਫਟਰ ਮਿਡਨਾਈਟ। ਅਸੀਂ May 23rd ਜਦੋਂ ਸਮਿਟ ਕੀਤਾ, ਅਸੀਂ ਇੱਥੇ ਮਿਡਨਾਈਟ ਤੱਕ ਪਹੁੰਚ ਚੁੱਕੇ ਸੀਗੇ। ਐਂਡ ਸੋ ਦੈਟ ਮੀਨਸ ਵੀ ਵਰ ਔਨ ਅ ਗੁੱਡ ਪੇਸ ਟੂ ਡੂ ਇਟ। ਐਂਡ ਦਿਸ ਵਾਜ਼ ਦ ਬੈਸਟ ਐਕਸਪੀਰੀਅੰਸ ਆਫ ਮਾਈ ਲਾਈਫ ਟਾਈਮ ਦੈਟ ਆਈ ਕੈਨ ਨੈਵਰ ਫੋਰਗੇਟ। ਤੁਸੀਂ ਦੇਖੋਗੇ ਹੋਰਾਈਜ਼ਨ ਦੇ ਵਿੱਚ ਇੱਕ ਪਾਸੇ ਸੂਰਜ ਚੜ੍ਹ ਰਿਹਾ ਆ, ਇੱਕ ਪਾਸੇ ਹਲੇ ਵੀ ਨਾ ਫੋਟੋ ਡਿਡਨਟ ਡੂ ਮਚ ਜਸਟਿਸ, ਬਟ ਬੇਸਿਕਲੀ ਮੂਨਲਾਈਟ ਨਾਈਟ ਆ। ਤੇ ਮੇਰਾ ਬ੍ਰੇਨ ਤਾਂ ਵੈਸੇ ਹਾਈਪੋਕਸਿਕ ਹੋ ਚੁੱਕਿਆ ਸੀਗਾ, ਸਰੀਬਰਲ ਫੰਕਸ਼ਨ ਤੁਸੀਂ ਫੰਕਸ਼ਨਿੰਗ ਲੂਜ਼ ਕਰ ਦਿੰਦੇ ਹੋ, ਨਾਰਮਲ ਫੰਕਸ਼ਨ ਲੂਜ਼ ਕਰ ਦਿੰਦੇ ਹੋ। ਮੇਰੇ ਮਨ 'ਚ ਆਪਣੇ ਆਪ ਹੀ ਗਗਨਮੈ ਥਾਲ ਵੱਜ ਰਿਹਾ ਸੀਗਾ ਫॉर whatever reason। And this is the view that propelled that thought in my mind, and this is actually such a divine experience। ਥਰਸਟੀ ਹੋ, ਰਿਜ ਲਾਈਨ ਤੋਂ ਜਾ ਰਹੇ ਹੋ, ਬਟ ਤੁਸੀਂ ਜਦੋਂ ਡਿਵਿਨਿਟੀ ਨੇਚਰ ਤੁਸੀਂ ਦੇਖ ਰਹੇ ਹੋ, that is the thought that came to our mind। ਗਗਨਮੈ ਥਾਲ ਲਵ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ। This is the view that we saw, the full sunrise, sitting from after getting to the south summit, ਜਿਹੜਾ ਪ੍ਰੀ ਹਿੱਲੀ ਸਟੈਪ ਤੋਂ ਹੁੰਦਾ ਹੈ। ਤੁਹਾਨੂੰ ਲੱਗਦਾ ਸਮਿਟ ਪਹੁੰਚ ਗਏ, ਬਟ ਉਹ ਸਮਿਟ ਨਹੀਂ ਹੈਗਾ, ਉਦੋਂ ਅੱਗੇ ਹੋਰ ਜਾਣਾ ਹੈ, ਹਿੱਲੀ ਸਟੈਪ ਕ੍ਰਾਸ ਕਰਨਾ ਹੈ। ਬਟ ਦਿਸ ਇਜ਼ ਦ ਵਿਊ that we're witnessing, sitting above the clouds and having that view, it was such a blessing। ਉਦੋਂ ਬਾਅਦ ਅੱਗੇ ਹਿੱਲੀ ਸਟੈਪ। This is a scary video। Basically, we saw 2 deaths happen in front of us in the matter of 5 minutes। ਆਹ ਸ਼ੇਰਪਾ ਸਾਡੀ ਵੀਡੀਓ ਬਣਾ ਰਿਹਾ, ਅਸੀਂ ਹਿਲਰੀ ਸਟੈਪ ਕ੍ਰਾਸ ਕਰ ਰਹੇ ਹਾਂ। ਰਸ਼ ਨਹੀਂ ਸੀਗਾ, ਦੈਟ ਵੀ ਵਰ ਲੱਕੀ। ਬਟ ਸਾਡੇ ਗਰੁੱਪ 'ਚ ਨਾਈਜੀਰੀਅਨ ਟ੍ਰਾਈਐਥਲੀਟ ਸੀਗਾ। ਟ੍ਰਾਈਐਥਲੀਟ ਹੁੰਦਾ ਜਿਹੜਾ ਆਇਰਨ ਮੈਨ, ਸਵਿਮਿੰਗ, ਬਾਈਕਿੰਗ, ਰਨਿੰਗ ਤਿੰਨੋਂ ਕਰਦਾ ਆ, ਕੈਨ ਡੂ ਫॉर 10 hours ਟੁਗੇਦਰ। ਤੇ ਉਹ ਬੰਦਾ ਬਹਿਣ ਲੱਗ ਗਿਆ ਉੱਥੇ, ਯੂ ਆਰ ਨਾਟ ਸਪੋਜ਼ ਟੂ ਸਿਟ, ਤੇ ਆਪਣੇ ਕੱਪੜੇ ਲਾਉਣ ਲੱਗ ਗਿਆ, ਜ਼ਿਪ ਕਰਨ ਲੱਗ ਗਿਆ। ਜ਼ਿਪ ਮਤਲਬ ਕਿ ਉਹਦਾ ਹਿਪੋਕਸਿਕ ਬ੍ਰੇਨ ਕੰਮ ਨਹੀਂ ਕਰ ਰਿਹਾ, ਇਟ ਇਜ਼ ਵਰਕਿੰਗ ਅਗੇਂਸਟ ਦ ਰੈਸ਼ਨਲ ਥਿੰਕਿੰਗ। ਐਂਡ ਹੀ ਰਿਅਲਾਈਜ਼, ਸ਼ੇਰਪਾ ਰਿਅਲਾਈਜ਼ ਇਟ। ਉਹਦਾ ਸ਼ੇਰਪਾ ਹੁਣ ਅੱਗੇ ਜਾ ਕੇ ਸਾਨੂੰ ਕ੍ਰਾਸ ਕੀਤਾ ਸੀਗਾ। ਐਂਡ ਦਿਸ ਇਜ਼ ਵੇਅਰ ਆਰ ਸ਼ੇਰਪਾ ਇਜ਼ ਮੇਕਿੰਗ ਦ ਵੀਡੀਓ। ਤੇ ਉਹ ਬੰਦਾ ਉੱਥੇ ਜਦ ਤੱਕ ਅਸੀਂ ਕੋਲ ਪਹੁੰਚਿਆ, ਹੀ ਆਲਰੇਡੀ ਪਾਸਡ ਅਵੇ। ਅੱਛਾ, ਇਹ ਅਸੀਂ ਦੇਖਿਆ ਵੀ ਇਹ ਤਾਂ ਬੰਦਾ ਹੁਣ ਫਲੈਟ ਹੋਇਆ, ਹੀ ਇਜ਼ ਨਾਟ ਮੂਵਿੰਗ, ਵੀ ਗॉट ਇੰਡੀਕੇਸ਼ਨ ਹੀ ਇਜ਼ ਡੈਡ। ਦੈਟਸ ਇਜ਼ ਪ੍ਰੀਟੀ ਮਚ ਦ ਡੈਡ ਬੋਡੀ। ਉਦੋਂ ਬਾਅਦ ਜਿਹੜਾ ਬੰਦਾ ਉਹਦਾ ਵਾਸਤੇ ਆਕਸੀਜਨ ਦਾ ਸ਼ੇਰਪਾ ਲੈ ਕੇ ਆ ਰਿਹਾ ਸੀਗਾ, he was trying to get onto the rope, ਉਹ ਸਲਿਪ ਕਰ ਗਿਆ, ਉਹ ਉੱਥੇ ਜਾ ਕੇ ਥੱਲੇ ਡਿੱਗ ਗਿਆ, and he died too। ਤੇ ਲਿਟਰਲੀ ਮੇਰੀਆਂ ਉੱਥੇ ਲੱਤਾਂ ਕੰਬਣ ਲੱਗ ਗਈਆਂ। I came to a halt, stand still, I could not move। ਆਰ ਸ਼ੇਰਪਾ was looking to our eyes and saying ਕਿ ਤੁਹਾਡਾ ਗੋਲ ਹੋਰ ਕਿਤੇ ਆ, ਜਿਹਨੇ ਜਾਣਾ ਸੀ ਚਲਾ ਗਿਆ, ਉਹਦਾ ਐਵਰੈਸਟ ਇੱਥੇ ਹੀ ਆ, he is resting in peace। We had to put a bypass rope on that thin ridge to cross him, because ਇੱਕ ਆਪਸ਼ਨ ਹੈ ਕਿ ਤੁਸੀਂ ਬਾਡੀ ਨੂੰ ਤੁਸੀਂ ਡਿਟੈਚ ਕਰ ਦਿਓ। ਤੇ ਡਿਟੈਚ ਕੀਤਾ ਉਹਨੇ, ਚਾਈਨਾ ਵਾਲੇ ਪਾਸੇ ਡਿੱਗਣਾ ਹੈ, ਐਂਡ ਉਹਨੇ ਪੱਕੇ ਮਰਨਾ ਜੇ ਉਹ 'ਚ ਕੋਈ ਚਾਂਸ ਨਹੀਂ ਹੋਊਗਾ। ਬਟ ਹੋ ਸਕਦਾ ਉਹਦਾ ਕੋਈ ਲਵਿੰਗ ਮਨ ਬੋਡੀ ਰਿਟਰੀਵ ਕਰਨਾ ਚਾਹੁੰਦਾ ਹੋਊਗਾ ਲੇਟਰ। ਸੋ ਵੀ ਲੈਫਟ ਇਟ ਦੈਟ, ਬਟ ਵੀ ਪੁੱਟ ਅ ਬਾਈਪਾਸ ਰੋਪ ਅਰਾਊਂਡ ਹਿਮ, ਐਂਡ ਆਈ ਕੁਡ ਨਾਟ ਇਵਨ ਲੁੱਕ ਐਟ ਹਿਸ ਬੋਡੀ। ਮੇਰੇ ਲੱਤਾਂ ਕੰਬ ਰਿਹਾ ਸੀ ਉਦੋਂ ਜਦੋਂ ਮੈਂ ਬੋਡੀ ਕ੍ਰਾਸ ਕੀਤਾ ਹੈ। ਐਂਡ ਕ੍ਰਾਸ ਕਰਕੇ ਥੈਂਕਸ ਟੂ ਮਾਈ ਸ਼ਰਪਾ ਹੂ ਕੈਪਟ ਮੀ ਮੋਟੀਵੇਟਡ ਐਂਡ ਗੋਇੰਗ, ਕਿ ਤੂੰ ਆਪਣੇ ਗੋਲ 'ਤੇ ਫੋਕਸ ਰਹਿ। ਐਂਡ ਦੈਟ helped a lot, and which led us to us after 8 hours reaching on top of the summit of Everest। ਉਸੇ ਇੱਕੋ ਮਤਲਬ ਅਕਾਲ ਪੁਰਖ ਨੇ ਪਹਿਲਾਂ ਅਰਦਾਸ ਕੀਤੀ। ਪਹਿਲਾਂ ਮੈਂ ਪਰਮਿਸ਼ਨ ਨਹੀਂ ਲੈ ਕੇ ਗਿਆ ਸੀਗਾ, ਬਿਕਾਜ਼ ਦੇ ਡੂ ਨਾਟ ਅਲਾਉ ਅਦਰ ਦੈਨ ਤਿਬੇਤੀਅਨ ਔਰ ਨੈਪਲੀਜ਼ ਫਲੈਗ, ਉਹ ਹੋਰ ਕੋਈ ਫਲੈਗ ਉੱਥੇ ਰੱਖਣ ਨਹੀਂ ਦਿੰਦੇ। ਸੋ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਇਹ ਸਾਡੇ ਵਾਸਤੇ ਰਿਲੀਜੀਅਸ ਹੈ, ਅਤੇ ਸਾਡਾ ਜਿਹੜਾ ਧਰਮ ਆ ਬੜਾ ਸੈਕੂਲਰ ਹੈ, ਇਹ ਸਾਰੇ ਧਰਮਾਂ ਦਾ ਮਿਸ਼ਰਨ ਹੀ ਆ। ਉਹ ਬੰਦਾ ਮੇਰੀ ਗੱਲ ਸਮਝ ਗਿਆ। ਤੇ ਸਿਫਾਰਿਸ਼ ਕਿਹਦੀ ਲਵਾਈ ਸੀ, ਜਿਹਨੇ ਮੈਨੂੰ ਗੁਰੂ ਨਾਨਕ ਸਾਹਿਬ ਦੀ ਉਹ ਸਕ੍ਰਿਪਚਰ ਦਿਖਾਏ ਸੀਗੇ। ਤੇ ਮੈਂ ਕਿਹਾ ਮੇਰੇ ਮਨ 'ਚ ਮੈਂ ਨਿਸ਼ਾਨ ਸਾਹਿਬ ਲਾਉਣਾ, ਐਂਡ ਆਈ ਵਾਂਟ ਟੂ ਲੀਵ ਨਿਸ਼ਾਨ ਸਾਹਿਬ ਦੇਅਰ, so that it is flying on the highest point of this earth। And he allowed me, and we did। And Sherpa here is helping put the stick there। And ਜਿੱਥੇ ਨੇਪਾਲੀ ਪ੍ਰੇਅਰ ਫਲੈਗਸ, ਬੁੱਧਿਸਟ ਪ੍ਰੇਅਰ ਫਲੈਗ ਲੱਗੇ ਸੀਗੇ, ਉੱਥੇ ਆਪਣਾ ਨਿਸ਼ਾਨ ਸਾਹਿਬ ਵੀ ਝੂਲ ਰਿਹਾ ਸੀਗਾ। So there was really great satisfaction for us। ਸਰਬੱਤ ਦੇ ਭਲੇ ਦੀ ਅਰਦਾਸ ਮੰਗੀ, ਵਾਰਸ ਚੱਲ ਰਹੀਆਂ ਸੀਗੀਆਂ, ਉਹ ਮਨ ਸੀਗਾ। ਇਕੁਆਲਿਟੀ ਮਨ 'ਚ ਹਮੇਸ਼ਾ ਰਹਿੰਦੀ ਹੈ, ਤੇ ਕਲੀਨ ਐਂਡ ਗ੍ਰੀਨ ਇਨਵਾਇਰਮੈਂਟ, ਇਹ ਤਿੰਨ ਗੱਲਾਂ ਦੀ ਅਰਦਾਸ ਕੀਤੀ ਸੀਗੀ। ਐਂਡ ਦੈਨ ਵੀ ਟੁਕ ਆਰ ਫੈਮਿਲੀ ਪਿਕਚਰ। ਤੇ ਬੇਸਿਕਲੀ 3 generations in 1 frame, ਇਹ ਉੱਥੇ ਅਸੀਂ ਲਿੱਤਾ।
and then we basically started descending. ਇੱਕ ਮੈਂ gratitude Sherpa community ਨੂੰ ਜ਼ਰੂਰ ਦੇਣਾ ਚਾਹੁੰਦਾ ਹਾਂ. Without them, nobody is successful on that mountain. Very few people can do it. ਮੈਂ ਨਹੀਂ ਕਰ ਸਕਦਾ. Not only they are good human beings, they commit their life to you. ਜਿੰਨੇ ਆਪਣੇ ਕਲਾਈਮਰਸ ਦੀ ਬੋਡੀ ਸੀਗੀਆਂ ਉਹਨੀਆਂ ਸ਼ੇਰਪਾ ਦੀ ਬੋਡੀਜ਼ ਨੇ. ਸੋ ਉਹ ਪੈਸੇ ਲੈਂਦੇ ਨੇ, ਉਹ ਪੈਸੇ ਦਾ ਮਤਲਬ ਇਹ ਨਹੀਂ ਕਿ ਉਹ ਪੈਸੇ ਲੈ ਕੇ ਦੇ ਆਰ ਮੇਕਿੰਗ ਮਨੀ ਆਊਟ ਆਫ ਦਿਸ. ਲੋਕ ਕਹਿੰਦਾ ਇਹ ਤਾਂ $1000 ਮਿਲਦੇ ਇਹਨਾਂ ਨੂੰ, ਯਾ but they are also putting their life at risk. They will not leave you hanging there. Sherpas will die with you trying to rescue you. So that is spirit. And they are really good souls, good human beings. ਉਹਨਾਂ ਨੂੰ ਜੇ ਜ਼ਿਆਦਾ ਪੈਸੇ ਦੋ ਉਹਨਾਂ ਕਹਿੰਦੇ ਨਹੀਂ ਤੁਹਾਨੂੰ ਪੈਸੇ ਦੇ, ਥੋੜਾ ਪਾਸਪੋਰਟ ਪਿਆ, ਥੋੜਾ ਪੈਸਾ ਪਿਆ, they will not look at it, they will not touch it. They are really good spiritual people. So my big thanks to them. ਜਿਹੜਾ ਬੰਦਾ walkie talkie ਵਾਲਾ, he is the head who basically was navigating weather. ਔਰ ਟਿੰਡੀ ਸ਼ਰਪਾ ਕੈਂਪ ਇੰਚਾਰਜ ਸੀਗਾ, ਸਾਡੇ ਦੋ ਨਾਲ ਸ਼ਰਪਾ ਸੀਗੇ, ਇਹ ਨਵਨੀਤ ਦਾ ਸ਼ਰਪਾ ਸੀਗਾ. So really thankful to them for us being able to summit Everest. Now, Guru Nanak Dev Engineering College. I mean, this is the Guru Nanak Dev Engineering College spirit. ਉਹ ਕਹਿੰਦੇ ਕਿੱਦਾਂ ਹੋ ਗਿਆ, ਮੈਂ ਕਿਹਾ ਵੀ 4 ਸਾਲ ਮੈਂ ਡੇ ਸਕਾਲਰ ਸੀਗਾ, ਮੈਂ ਉਹ ਪਿਛਲੇ ਗੇਟ ਤੋਂ ਆਉਂਦਾ ਸੀ. ਆਈ ਡੋਨਟ ਨੋ ਜੇ ਗੇਟ ਹੈ ਕਿ ਨਹੀਂ ਹੈਗਾ, ਬਟ ਉੱਥੋਂ ਸਕੂਟਰ ਆ ਸਕਦਾ ਸੀਗਾ ਤੇ ਰੋਜ਼ ਗੁਰਦੁਆਰਾ ਸਾਹਿਬ ਦੇ ਸਾਹਮਣੇ ਨਿਕਲਣਾ, ਮੱਥਾ ਟੇਕ ਕੇ ਨਿਕਲਣਾ, ਮਤਲਬ and that's what you do, and those blessings they carry with you somewhere everywhere. So that is first reason. ਦੂਜਾ ਸਾਰਿਆਂ ਨੇ ਕਈਆਂ ਨੇ ਮੈਂਸ਼ਨ ਕੀਤਾ you conquered Mount Everest. ਮੈਂ ਕਹੂੰਗਾ ਵੀ I'm sorry but you know ਇਹ ਤਾਂ ਮਾਊਂਟੇਨ ਦੀ ਬਲੈਸਿੰਗ ਆ ਜਿਹਨੇ ਸਾਨੂੰ ਸੇਫ ਪੈਸੇ ਦਿੱਤਾ ਤੇ ਉੱਪਰ ਤੱਕ ਲੈ ਗਿਆ. ਅਦਰਵਾਈਜ਼ ਮਾਊਂਟੇਨ ਐਵਰੈਸਟ ਨੇ ਕਿਸੇ ਮਾਊਂਟੇਨ ਨੂੰ ਕੋਈ ਕੰਕਰ ਨਹੀਂ ਕਰ ਸਕਦਾ. ਮਾਊਂਟੇਨ ਉੱਥੇ ਹੀ ਖੜਾ, ਕੋਈ ਬੰਦਾ ਉੱਥੇ 24 ਘੰਟੇ ਤੋਂ ਉੱਪਰ ਰੁਕ ਹੀ ਨਹੀਂ ਸਕਦਾ ਸਮਿਟ ਤੇ. ਸੋ ਇਟ ਇਜ਼ ਨਾਟ conquering Mount Everest, it is conquering your mind, conquering the fears of your body and being resilient. I think that is the spirit of mountaineering. ਤੀਜਾ ਮੈਂਟਲ ਐਂਡ ਫਿਜ਼ੀਕਲ ਜਿਹੜੀ ਹੈਗੀ ਤੁਹਾਡੀ abilities ਨੇ ਉਹ strong ਹੁੰਦੀਆਂ ਨੇ. College made me strong as well. I am very thankful to college for making me a strong person, which helped me get there. And then finally I would say कि the Akal Purkh, you know, they मेहर कीती, उत्थे तक ले गए and brought us back safely, and Malkeet Paji also back safely, and he's in New Zealand as well. He's recuperated fully, and I just talked to him. It was great having a friend for life like Malkeet Paji. And then we did the cake ceremony जो होने हैं. So this was our journey. Why do you go to mountains? I'm saying mountains are boring and we must go. But before we go, remember one thing that Guru Nanak Dev Ji said. Air is our Guru, water is our father, Mata Tat Mat. Keep the environment green and clean. Hey, my request. Thank you everyone. एक big jabki सारे अमल. What an experience! It's the best presentation, personal, that I have ever seen. And I would request. Okay, let's all give everyone a standing ovation, please. Thank you. It was eye-opener, it was a learning, we feel motivated to go beyond our own limitation, our own climb, our own mountain. In a presentation देख के मैंने याद आया भी मेरी लाइफ च एक बड़ा मौका मिला सी. मेरे स्कूल दे 5 बच्चे, स्कूल बॉयज had climbed Everest 6 years ago. ਉਹਨਾਂ ਨੂੰ ਵੀ ਮੈਂ honor ਕੀਤਾ ਸੀ. ਸੋ ਮੈਨੂੰ ਹੁਣ ਯਾਦ ਆਇਆ ਵੀ ਅੱਜ ਦੂਜਾ ਮੌਕਾ ਹੈ ਐਵਰੈਸਟ ਆਪਣੇ ਕਾਲਜ ਵਾਲਾ ਵੀ ਉੱਥੇ ਚੜ੍ਹਿਆ ਜਿਨ੍ਹਾਂ ਨੂੰ ਅੱਜ ਆਪਾਂ ਸਨਮਾਨਿਤ ਕੀਤਾ. ਰਾਦਰ ਇਹਨਾਂ ਨੇ ਸਨਮਾਨਿਤ ਕੀਤਾ ਆਪਾਂ ਨੂੰ ਇੱਥੇ ਆ ਕੇ. ਥੈਂਕ ਯੂ ਹਰਪ੍ਰੀਤ. ਤੁਸੀਂ ਆਪਣਾ ਐਕਸਪੀਰੀਅੰਸ ਦੱਸ ਰਹੇ ਸੀ ਤੇ ਇਟ ਵਾਸ ਵੈਰੀ ਥ੍ਰਿਲਿੰਗ ਐਕਸਪੀਰੀਅੰਸ. ਉਹ ਐਂ ਲੱਗਦਾ ਦੇਖ ਕੇ ਡਰ ਲੱਗਦਾ ਪਿਆ. ਸੋ ਮੈਂ ਰਿਕੁਐਸਟ ਕਰਾਂਗਾ. Okay. Gariwal Saab, Mangit Saab, please come on the stage. Sandhu Saab, please.
ਹਾਂਜੀ ਨਹੀਂ ਅੱਛਾ ਇੱਕ